ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਥੈਲੇਸੀਮੀਆ ਤੋਂ ਪ੍ਰਭਾਵਿਤ ਹੋਏ ਬੱਚਿਆਂ ਨਾਲ ਕੀਤੀ ਗਈ ਖਾਸ ਮੁਲਾਕਾਤ। ਇਹ ਮੁਲਾਕਾਤ ਵਧੀਕ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ SAS ਨਗਰ ਡਾਕਟਰ ਮਨਦੀਪ ਮਿੱਤਲ ਨੇ ਅੱਜ ਬਠਿੰਡਾ ਦੇ ADR ਸੈਂਟਰ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿਵਲ ਹਸਪਤਾਲ ਬਠਿੰਡਾ ਅਥਾਰਟੀ ਵੱਲੋਂ HIV ਪੋਜ਼ੀਟਿਵ ਖੂਨ ਚੜ੍ਹਾਇਆ ਗਿਆ ਸੀ। ਇਹਨਾਂ ਥੈਲੇਸੀਮੀਆ ਤੋਂ ਪ੍ਰਭਾਵਿਤ ਬੱਚਿਆਂ ਨੂੰ ਮੁਆਵਜ਼ਾ ਮੁਹੱਈਆ ਕਰਾਉਣ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇੱਕ ਜਨਹਿਤ ਯਾਚਕਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਫਾਈਲ ਕੀਤੀ ਗਈ ਹੈ ਤਾਂ ਜੋ ਇਹਨਾਂ ਬੱਚਿਆਂ ਤੇ ਇਹਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਧਾਰਾ 357A CRPC ਤਹਿਤ ਉਪਰੋਕਤ ਸਕੀਮਾਂ ਅਧੀਨ ਅਪਰਾਧ ਪੀੜਤਾਂ ਨੂੰ ਮੁਆਵਜ਼ਾ ਮੁਹੱਈਆ ਕੀਤਾ ਜਾਂਦਾ ਹੈ। ਇਸ ਜਨਹਿਤ ਯਾਚਕਾ ਨੂੰ ਫਾਈਲ ਕਰਨਾ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਜਨਹਿਤ ਲਈ ਲਿਆ ਗਿਆ ਪਹਿਲਾ ਅਤੇ ਇਤਿਹਾਸਕ ਕਦਮ ਹੈ। ਮੈਂ ਡਾਕਟਰ ਮਨਦੀਪ ਮਿੱਤਲ ਐਡੀਸ਼ਨਲ ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਮੋਹਾਲੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ। ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਮਾਨਯੋਗ ਡਾਕਟਰ ਜਸਟਿਸ S ਮੁਰਲੀਧਰ ਐਗਜ਼ੈਕਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਅਤੇ ਜੱਜ ਪੰਜਾਬ ਹਰਿਆਣਾ ਹਾਈਕੋਰਟ ਦੀ ਰਹਿਨੁਮਾਈ ਵਿੱਚ ਸਾਨੂੰ ਗਾਈਡ ਕਰ ਰਹੇ ਹਨ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦਾ ਮੁੱਖ ਦਫ਼ਤਰ ਮੋਹਾਲੀ ਵਿਖੇ ਹੈ ਅਤੇ 22 ਦੇ 22 ਡਿਸਟ੍ਰਿਕਟਸ ਦੇ ਵਿੱਚ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀਜ਼ ਦੇ ਰਾਹੀਂ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਆਪਾਂ ਦੇ ਰਹੇ ਹਾਂ। ਇਹ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਵਿੱਚ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਦੇ ਲਈ, ਆਪਦਾ ਕੋਈ ਵੀ ਕੇਸ ਕਰਨ ਲਈ ਜਾਂ ਜੋ ਕੋਈ ਕੇਸ ਉਹਨਾਂ ਉੱਪਰ ਹੋਇਆ ਹੈ ਉਹਦੇ ਵਿੱਚ ਆਪਦੀ ਪੈਰਵੀ ਕਰਨ ਲਈ ਮੁਫਤ ਵਕੀਲ ਸਾਹਿਬ ਮਿਲਦੇ ਹਨ। ਉਹਨਾਂ ਵਕੀਲ ਸਾਹਿਬ ਨੂੰ ਜੋ ਖਰਚਾ ਹੈ, ਕਾਗਜ਼ਾਂ ਦਾ ਖਰਚਾ ਅਤੇ ਉਹਨਾਂ ਦੀ ਫੀਸ, ਉਹ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਅਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀਜ਼ ਦੇ ਰਾਹੀਂ ਹੀ ਦਿੱਤੀ ਜਾਂਦੀ ਹੈ। ਜਿਵੇਂ ਕੋਈ ਵੀ ਬੱਚਾ ਹੋਵੇ, ਇਸਤਰੀ ਹੋਵੇ, ਕੋਈ ਹਵਾਲਾਤੀ ਹੋਵੇ, ਕੋਈ ਹੈਂਡੀਕੈਪ ਹੋਵੇ ਜਾਂ ਕੋਈ ਵੀ ਵਿਅਕਤੀ ਜਿਹਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ, ਉਹ ਮੁਫਤ ਕਾਨੂੰਨੀ ਸਹਾਇਤਾ ਸਲਾਹ ਵਕੀਲ ਸਾਹਿਬ ਲੈ ਸਕਦੇ ਹਨ। ਕਿਸੇ ਵੀ ਪੱਧਰ ਤੇ ਇਸ ਦੀ ਲੋੜ ਹੋਵੇ, ਚਾਹੇ ਉਹ ਸਬ ਡਿਵੀਜ਼ਨ ਲੈਵਲ ਤੇ, ਚਾਹੇ ਜ਼ਿਲ੍ਹਾ ਲੈਵਲ ਤੇ, ਸਟੇਟ ਲੈਵਲ ਤੇ ਜਾਂ ਸੈਂਟਰ ਲੈਵਲ ਤੇ ਹੋਵੇ, ਤਾਂ ਅਸੀਂ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਦਿੰਦੇ ਹਾਂ। 1968 ਸਾਡਾ। ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਮਨਦੀਪ ਮਿੱਤਲ ਐਡੀਸ਼ਨਲ ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਮੋਹਾਲੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ। ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਮਾਨਯੋਗ ਡਾਕਟਰ ਜਸਟਿਸ S ਮੁਰਲੀਧਰ ਐਗਜ਼ੈਕਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਅਤੇ ਜੱਜ ਪੰਜਾਬ ਹਰਿਆਣਾ ਹਾਈਕੋਰਟ ਦੀ ਰਹਿਨੁਮਾਈ ਵਿੱਚ ਸਾਨੂੰ ਗਾਈਡ ਕਰ ਰਹੇ ਹਨ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦਾ ਮੁੱਖ ਦਫ਼ਤਰ ਮੋਹਾਲੀ ਵਿਖੇ ਹੈ ਅਤੇ 22 ਦੇ 22 ਡਿਸਟ੍ਰਿਕਟਸ ਦੇ ਵਿੱਚ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀਜ਼ ਦੇ ਰਾਹੀਂ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਆਪਾਂ ਦੇ ਰਹੇ ਹਾਂ। ਇਹ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਵਿੱਚ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਦੇ ਲਈ, ਆਪਦਾ ਕੋਈ ਵੀ ਕੇਸ ਕਰਨ ਲਈ ਜਾਂ ਜੋ ਕੋਈ ਕੇਸ ਉਹਨਾਂ ਉੱਪਰ ਹੋਇਆ ਹੈ ਉਹਦੇ ਵਿੱਚ ਆਪਦੀ ਪੈਰਵੀ ਕਰਨ ਲਈ ਮੁਫਤ ਵਕੀਲ ਸਾਹਿਬ ਮਿਲਦੇ ਹਨ। ਉਹਨਾਂ ਵਕੀਲ ਸਾਹਿਬ ਨੂੰ ਜੋ ਖਰਚਾ ਹੈ, ਕਾਗਜ਼ਾਂ ਦਾ ਖਰਚਾ ਅਤੇ ਉਹਨਾਂ ਦੀ ਫੀਸ, ਉਹ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਅਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀਜ਼ ਦੇ ਰਾਹੀਂ ਹੀ ਦਿੱਤੀ ਜਾਂਦੀ ਹੈ। ਜਿਵੇਂ ਕੋਈ ਵੀ ਬੱਚਾ ਹੋਵੇ, ਇਸਤਰੀ ਹੋਵੇ, ਕੋਈ ਹਵਾਲਾਤੀ ਹੋਵੇ, ਕੋਈ ਹੈਂਡੀਕੈਪ ਹੋਵੇ ਜਾਂ ਕੋਈ ਵੀ ਵਿਅਕਤੀ ਜਿਹਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ, ਉਹ ਮੁਫਤ ਕਾਨੂੰਨੀ ਸਹਾਇਤਾ ਸਲਾਹ ਵਕੀਲ ਸਾਹਿਬ ਲੈ ਸਕਦੇ ਹਨ। ਕਿਸੇ ਵੀ ਪੱਧਰ ਤੇ ਇਸ ਦੀ ਲੋੜ ਹੋਵੇ, ਚਾਹੇ ਉਹ ਸਬ ਡਿਵੀਜ਼ਨ ਲੈਵਲ ਤੇ, ਚਾਹੇ ਜ਼ਿਲ੍ਹਾ ਲੈਵਲ ਤੇ, ਸਟੇਟ ਲੈਵਲ ਤੇ ਜਾਂ ਸੈਂਟਰ ਲੈਵਲ ਤੇ ਹੋਵੇ, ਤਾਂ ਅਸੀਂ ਮੁਫਤ ਕਾਨੂੰਨੀ ਸਲਾਹ ਅਤੇ ਸਹਾਇਤਾ ਦਿੰਦੇ ਹਾਂ। 1968 ਸਾਡਾ ਮਾਮਲੇ ਤੇ ਥੋੜੀ ਜਿਹੀ ਸਟੱਡੀ ਕੀਤੀ ਤਾਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਇੱਕ ਥੈਲੇਸੀਮੀਆ ਦਾ ਜਿਹੜਾ ਬੱਚਾ ਹੈ, ਉਸ ਨੂੰ ਸਰਕਾਰੀ ਤੌਰ ਤੇ 18 ਸਾਲ ਦੀ ਉਮਰ ਤੱਕ ਮੁਫਤ ਇਲਾਜ ਮਿਲਦਾ ਹੈ ਅਤੇ ਉਸ ਬੱਚੇ ਦਾ 1 ਮਹੀਨੇ ਦਾ ਜੋ ਖਰਚਾ ਹੈ ਉਹ 8 ਤੋਂ 10,000 ਰੁਪਏ। ਬੱਚਿਆਂ ਦੀ ਬਹੁਤ ਸਾਰਿਆਂ ਦੀ ਜੋ ਡੈਥ ਹੈ ਥੈਲੇਸੀਮੀਆ ਦੇ ਬੱਚਿਆਂ ਦੀ, ਉਹ ਆਇਰਨ ਦੇ ਬਹੁਤ ਜ਼ਿਆਦਾ ਬਾਡੀ ਵਿੱਚ ਇਕੱਠੇ ਹੋਣ ਕਰਕੇ ਹੁੰਦੀ ਹੈ ਅਤੇ ਆਮ ਤੌਰ ਤੇ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਨਹੀਂ ਹੁੰਦੀ। ਇਹ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਸਾਰੇ ਗੱਲਾਂ ਹੈ ਜੋ ਮਾਨਯੋਗ ਹਾਈਕੋਰਟ ਦੇ ਮੂਹਰੇ ਰੱਖੀਆਂ ਹਨ। ਸਾਨੂੰ ਉਮੀਦ ਹੈ ਕਿ ਇਹ ਜੋ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ,
ਇਹਦੇ ਵਿੱਚ ਆਪਾਂ ਹੋਰ ਤਾਂ ਸ਼ਾਇਦ ਨਹੀਂ ਕੁਝ ਕਰ ਸਕਦੇ, ਪਰ ਇਹਨਾਂ ਬੱਚਿਆਂ ਨੂੰ ਮੁਆਵਜ਼ਾ ਦਵਾ ਕੇ ਇਹਨਾਂ ਦੀ ਜ਼ਿੰਦਗੀ ਨੂੰ ਸੁਖਾਲੀ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਜਦੋਂ ਆਪਾਂ ਹੁਣ ਜਾਣਦੇ ਹਾਂ ਮੁਆਵਜ਼ੇ ਦੀ ਗੱਲ ਚੱਲੀ ਹੈ, ਤਾਂ ਮੈਂ ਇੱਥੇ ਵਿਰਾਜਮਾਨ ਸਾਰੇ ਪਤਵੰਤੇ ਸੱਜਣਾਂ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਰਾਜ ਵਿੱਚ ਜਿਹੜੇ ਵੀ ਕੋਈ ਪੀੜਤ ਹਨ ਵਿਕਟਿਮਸ ਦੇ, ਜਿਹੜੇ ਵੀ ਕੋਈ ਪੀੜਤ ਹਨ ਅਪਰਾਧ ਦੇ, ਉਹਨਾਂ ਨੂੰ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ ਰਾਹੀਂ ਮੁਆਵਜ਼ਾ ਦਿੱਤਾ ਜਾਂਦਾ ਹੈ। ਜਿਵੇਂ ਕਿ ਕੋਈ ਰੇਪ ਵਿਕਟਿਮ ਹੈ, ਕੋਈ ਐਸਿਡ ਅਟੈਕ ਵਿਕਟਿਮ ਹੈ, ਕੋਈ ਬਰਨਿੰਗ ਦਾ ਵਿਕਟਿਮ ਹੈ, ਕੋਈ ਮਰਡਰ ਹੋਇਆ ਹੈ, ਕੋਈ ਬੱਚੇ ਨਾਲ ਕੋਈ ਸ਼ੋਸ਼ਣ ਹੋਇਆ ਹੈ, ਉਹਨਾਂ ਸਾਰੇ ਨਾਲ ਜਿਹੜਾ ਹੈ ਮੁਆਵਜ਼ਾ ਦਿੱਤਾ ਜਾਂਦਾ ਹੈ। ਇੱਕ ਇਹੋ ਜਿਹਾ ਵੀ ਇਸ ਵਿੱਚ ਪ੍ਰੋਵੀਜ਼ਨ ਹੈ ਕਿ ਜੇ ਕਿਸੇ ਦੀ ਸੜਕ ਦੁਰਘਟਨਾ ਵਿੱਚ ਡੈਥ ਹੋ ਜੇ, ਪਰ ਉਹ ਵਹੀਕਲ ਦੀ ਪਹਿਚਾਣ ਨਾ ਹੋ ਸਕੇ ਕਿ ਕਿਹੜਾ ਵਹੀਕਲ ਉਸ ਨੂੰ ਫੇਂਟ ਮਾਰ ਕੇ ਨਿਕਲ ਗਿਆ ਹੈ, ਤਾਂ ਉਹਨਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਤੱਕ ਦਾ ਮੁਆਵਜ਼ਾ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ ਰਾਹੀਂ ਦਿੱਤਾ ਜਾਂਦਾ ਹੈ। ਡੈਥ ਕੇਸ ਵੀ ਮਿਲਦਾ ਹੈ ਜੀ, ਤੇ ਜੇ ਪਾਰਸ਼ੀਅਲ ਡਿਸੇਬਿਲਿਟੀ 40% ਤੋਂ ਵੱਧ ਹੋ ਜੇ ਤਾਂ ਵੀ 1 ਲੱਖ ਰੁਪਏ ਤੱਕ ਦਾ ਮੁਆਵਜ਼ਾ ਮਿਲਦਾ ਹੈ। ਤੇ ਪੰਜਾਬ ਦੇ ਵਿੱਚ ਪਿਛਲੇ 2019-2020 ਦੇ ਵਿੱਚ ਟੋਟਲ 5 ਕਰੋੜ ਰੁਪਏ ਦਾ ਮੁਆਵਜ਼ਾ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਅਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਰਾਹੀਂ ਦਿੱਤਾ ਗਿਆ ਹੈ। ਕੋਰੋਨਾ ਦੇ ਦੌਰਾਨ ਇਸ ਮਾਰਚ ਅਪ੍ਰੈਲ ਤੋਂ ਲੈ ਕੇ ਹੁਣ ਤੱਕ 3.5 ਕਰੋੜ ਰੁਪਏ ਦਾ ਮੁਆਵਜ਼ਾ ਵੱਖ-ਵੱਖ ਡਿਸਟ੍ਰਿਕਟ 'ਚ ਲੋਕਾਂ ਨੂੰ ਦਿੱਤਾ ਜਾ ਚੁੱਕਾ ਹੈ। 3.5 ਕਰੋੜ ਰੁਪਏ ਦਾ ਮੁਆਵਜ਼ਾ ਜੀ ਪਿਛਲੇ ਤੁਸੀਂ ਦੇਖ ਲਓ ਕਰੀਬਨ 8 ਮਹੀਨਿਆਂ ਦੇ ਵਿੱਚ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।